ਧਨੇਰ जुड़े ने साडे नाल BKU डकौंदा तो। ਧਨੇਰ जी स्वागत है न्यूज़ 18 पंजाब ते। बहुत बहुत स्वागत जी, थोड़ा भी बहुत चैनल बहुत बहुत स्वागत जी। ते एक जिहड़ी कमेटी बनी है, कमेटी नूं लैके किसान आगुआं ने इतराज भी जताए ने। असी जिहड़ा दस रहे हैं इस दे बारे कि कमेटी दे उत्ते किहड़े-किहड़े इतराज जताए ने, तुहाडा की कहना है इस कमेटी नूं लैके? देखो, मैनू भी उन्हां ते जमा कर लो जिन्हां ने इतराज जताए ने। साडा भी इतराज है इहदे विच, क्योंकि ਇਹ ਇੱਕ ਫਾਰਮੈਲਿਟੀ ਕੀਤੀ ਗਈ ਆ। ਜਿਨ੍ਹਾਂ ਲੋਕਾਂ ਨੇ 3 ਕਾਲੇ ਕਾਨੂੰਨ ਲਿਖੇ ਸੀ, ਜਿਨ੍ਹਾਂ ਨੇ ਉਹਨਾਂ ਦੀ ਧੁਰ ਤੱਕ ਮਤਲਬ ਰਾਖੀ ਕੀਤੀ ਆ ਵੀ ਇਹ ਰੱਦ ਨਾ ਹੋਣ, ਉਹੀ ਲੋਕ ਸਾਰੇ ਇਸ ਕਮੇਟੀ ਦੇ ਵਿੱਚ ਛਾਏ ਹੋਏ ਨੇ। ਇਸ ਕਮੇਟੀ ਦੇ ਵਿੱਚੋਂ ਸਾਨੂੰ ਭੋਰਾ ਵੀ ਆਸ ਨਹੀਂ ਵੀ MSP ਦੀ ਮਤਲਬ MSP ਦਾ ਤਾਂ ਨਾਂ ਤੱਕ ਵੀ ਨਹੀਂ ਦਿੱਤਾ ਗਿਆ ਵੀ ਇਹ ਕਮੇਟੀ ਨੇ MSP ਖਾਤਰ ਕੋਈ ਕੰਮ ਕਰਨਾ ਹੈ। ਸਿਰਫ ਤੇ ਸਿਰਫ ਕਮੇਟੀ ਕਰਕੇ ਕਮੇਟੀ ਬਣਾਤੀ। ਇਹਦੇ ਚੋਂ ਸਾਨੂੰ ਮਤਲਬ ਕੋਈ ਭੋਰਾ ਆਸ ਨਹੀਂ। ਅਸੀਂ ਜਿਹੜੀ MSP ਦੀ ਲੜਾਈ ਆ ਉਹ ਸੰਘਰਸ਼ਾਂ ਦੇ ਰਾਹੀਂ ਫੇਰ ਜਿੱਤਾਂਗੇ, ਸਰਕਾਰ ਨੂੰ ਮਜਬੂਰ ਕਰਕੇ। ਮੈਨੂੰ ਲੱਗਦਾ ਸਾਡਾ ਸੰਯੁਕਤ ਮੋਰਚਾ ਇਸ ਕਮੇਟੀ ਦੇ ਵਿੱਚ ਨਹੀਂ ਜਾਊਗਾ ਜੀ। ਸਾਡੇ ਨਾਲ ਥੋੜੀ ਦੇਰ ਪਹਿਲਾਂ BJP ਆਗੂ ਜੁੜੇ ਹੋਏ ਸੀ ਸੁਰਜੀਤ ਜਿਆਣੀ, ਉਹਨਾਂ ਦਾ ਕਹਿਣਾ ਸੀ ਕਿ ਇੱਕ ਵਾਰ ਕਮੇਟੀ ਦੇ ਵਿੱਚ ਪਾਓ ਤਾਂ ਸਹੀ। ਕਿਸਾਨ ਆਗੂ ਜਿਹੜੇ ਇਤਰਾਜ਼ ਵੀ ਜਤਾ ਰਹੇ ਨੇ ਉਹ ਇੱਕ ਵਾਰ ਆਪਣੇ ਇਸ ਕਮੇਟੀ ਦੇ ਵਿੱਚ ਜਾਣ, ਉੱਥੇ ਕੋਈ ਇਤਰਾਜ਼ ਹੈ ਜਾਂ ਉਸ ਦੀ ਰਿਪੋਰਟ ਤੇ ਇਤਰਾਜ਼ ਹੈ ਉਹ ਫਿਰ ਬਾਅਦ ਦੇ ਵਿੱਚ ਰੱਖਣ, ਗੱਲ ਤਾਂ ਕਰਨ। ਉੱਥੇ ਇਤਰਾਜ਼ ਰੱਖਿਆ ਦਾ ਤਾਂ ਫੇਰ ਫਾਇਦਾ ਹੋਊ ਨਾ, ਜੇ ਇਤਰਾਜ਼ ਮੰਨੇ ਜਾਣੇ ਹੁਣ। ਉਹ ਤਾਂ ਬਹੁਤ ਸੰਮਤੀ ਉਹਨਾਂ ਦੀ ਆ। ਅਸੀਂ ਤਾਂ ਆਟੇ 'ਚ ਨੂਣ ਵੀ ਨਹੀਂ ਹੋਣੇ ਉੱਥੇ ਲੋਕ ਹੀ ਹੋ ਗਏ। ਅਸੀਂ ਪਹਿਲਾਂ ਇਹਨਾਂ ਤੋਂ ਮੰਗਿਆ ਸੀ ਵੀ ਸਾਨੂੰ ਦੱਸੋ ਕਮੇਟੀ ਦੀ ਬਣਤਰ ਕੀ ਆ, ਉਹਦਾ ਕੋਈ ਇਹਨਾਂ ਨੇ ਭੇਜੀ ਨਹੀਂ ਹੁਣ ਤੱਕ। ਬਣਤਰ ਕਮੇਟੀ ਬਣਾ ਕੇ ਸਾਹਮਣੇ ਲਿਆਤੀ, ਉਹਦੇ 'ਚੋਂ ਸਾਫ਼ ਦਿਖਦਾ ਹੀ ਆ ਵੀ ਉਹ 3 ਕਾਲੇ ਕਾਨੂੰਨਾਂ ਨੂੰ ਅਸਲ ਬੈਕਡੋਰ ਰਾਹੀਂ ਲਿਆਉਣਾ ਚਾਹੁੰਦੇ ਆ ਇਹ। ਜੀ ਹਾਂਜੀ ਜੀ। ਤੇ ਸੁਰਜੀਤ ਜਿਆਣੀ ਇਹ ਵੀ ਕਹਿ ਰਹੇ ਸੀ ਕਿ ਕਿਸਾਨਾਂ ਤੋਂ ਵਾਰ-ਵਾਰ ਮੰਗ ਕੀਤੀ ਗਈ ਸੰਯੁਕਤ ਕਿਸਾਨ ਮੋਰਚੇ ਤੋਂ ਕਿ ਆਪਣੇ 5 ਮੈਂਬਰ ਦੇ ਦਿਓ, ਲੇਕਿਨ ਉਹ ਮੈਂਬਰ ਨਹੀਂ ਦਿੱਤੇ ਗਏ। ਅਸੀਂ ਮੈਂਬਰ ਦੇਣ ਤੋਂ ਪਹਿਲਾਂ ਹੀ ਮੰਗੀ ਸੀ ਵੀ ਜਿਹੜਾ ਤੁਹਾਡਾ ਖਰੜਾ ਉਹ ਕੀ ਕਹਿੰਦਾ ਉਹ ਖਰੜਾ ਦਿਓ। ਇਹਨਾਂ ਨੇ ਖਰੜਾ ਨਹੀਂ ਦਿੱਤਾ ਜੀ। ਅਸੀਂ ਫੇਰ ਹੀ ਮੈਂਬਰ ਦਿੰਦੇ ਨਾ ਖਰੜਾ ਪੜ੍ਹ ਕੇ। ਖਰੜੇ ਦੇ ਵਿੱਚ ਆਹ ਕੁਛ ਸੀ, ਇਹਨਾਂ ਨੂੰ ਪਤਾ ਸੀ ਜੀ। ਤਾਂ ਤੁਹਾਡਾ ਕਹਿਣਾ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਕਮੇਟੀ 'ਚ ਸ਼ਾਮਲ ਨਹੀਂ ਹੋਣਗੇ? ਹਾਂ, ਮੈਨੂੰ ਲੱਗਦਾ। ਉਹ ਤਾਂ ਮੈਂ ਹੁਣ ਕੱਲਾ ਇਸ ਗੱਲ ਤੇ, ਪਰ ਜੋ ਉਹਦੇ ਵਿੱਚ ਆਇਆ ਸੰਯੁਕਤ ਕਿਸਾਨ ਮੋਰਚੇ ਦੇ ਪੱਖ ਦਾ ਹੈ ਨਹੀਂ ਕੁਛ ਵੀ। ਐਵੇਂ ਮਤਲਬ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਇਹਦੇ ਵਿੱਚ ਜਾ ਕੇ। ਤੇ ਅਸੀਂ ਉਹ ਪਹਿਲ ਸੰਘਰਸ਼ਾਂ ਨੂੰ ਦੇਵਾਂਗੇ। ਸੰਯੁਕਤ ਮੋਰਚਾ ਫੇਰ ਸੰਯੁਕਤ ਹੋ ਕੇ ਕੱਲ ਅਸੀਂ ਬਰਨਾਲੇ ਦੀ ਧਰਤੀ ਤੋਂ ਉਹਦੀ ਸ਼ੁਰੂਆਤ ਕਰਤੀ। ਬਰਨਾਲੇ ਦੀ ਧਰਤੀ ਨੇ ਪਹਿਲਾਂ ਸੰਗਰਾਮਾਂ ਨੂੰ ਜਨਮ ਦਿੱਤਾ ਸੀ। ਅੱਜ ਕੱਲ ਅਸੀਂ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕਨਵੈਨਸ਼ਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਆਹੀ ਜਿਹੜਾ ਕੁਛ ਇਹ ਲੋਕਾਂ ਵਾਸਤੇ ਮਤਲਬ ਕਮਲ ਖੜਾ ਕਰ ਰਿਹਾ, ਲੋਕਾਂ ਨੂੰ ਗਮਰਾਹ ਕਰ ਰਹੇ ਆ, ਇਹ ਗੱਲਾਂ ਅਸੀਂ ਕਨਵੈਨਸ਼ਨਾਂ ਰਾਹੀਂ ਕੱਲ ਸ਼ੁਰੂ ਕੀਤੀਆਂ। 30 ਤਰੀਕ ਤੱਕ ਲੋਕਾਂ ਨੂੰ ਅਸੀਂ ਇਹੀ ਸਮਝਾਵਾਂਗੇ ਠੱਗੀ ਕਿਵੇਂ ਆ। ਇਸ ਤੇ ਅਸੀਂ ਜ਼ੋਰ ਲਾ ਕੇ ਉਸ ਤੋਂ ਬਾਅਦ 31 ਤਰੀਕ ਨੂੰ ਸਾਡਾ ਮਤਲਬ ਜਿਹੜਾ ਚੱਕਾ ਜਾਮ ਦਾ ਸਾਰੇ ਭਾਰਤ ਦੇ ਵਿੱਚ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਚੁੱਕਿਆ ਸੰਘਰਸ਼ ਅਸੀਂ ਸ਼ੁਰੂ ਕਰ ਲਿਆ। ਮਨਜੀਤ ਧਨੇਰ ਜੀ जुड़े रहना। साडे नाल कमेटी दे मैंबर जुड़े ने गुणी प्रकाश जी, जिन्हां नूं किसान आगू दे तौर ते इस कमेटी दे विच शामिल किया गया। गुणी प्रकाश जी, स्वागत है न्यूज़ 18 पंजाब पे आपका। कमेटी को लेकर एतराज जताए गए हैं। संयुक्त किसान मोर्चा के जो नेता हैं वो भी एतराज कर रहे हैं। हमारे साथ मनजीत धनेर जुड़े हुए हैं BKU डकौंदा से, उन्होंने भी एतराज जताया है। आम आदमी पार्टी ने भी इस कमेटी का विरोध किया है, क्या कुछ कहना चाहेंगे? आम आदमी पार्टी भी यही कह रही है कि सत्ता पक्ष के लोग इसमें शामिल किए गए हैं। नहीं, इसमें सत्ता पक्ष के हम लगभग 1978 से भूपेंद्र सिंह मान फाउंडर है भारतीय किसान यूनियन के, और 1987 से मैं जुड़ा हुआ हूँ जी। 2 बार मैं आंदोलन में गोलियां खा चुके हैं। तो हमारे को किसान पक्ष के लिए हमारे को बुलाया है कमेटी में। तो हमारा जो ये इतराज कर रहे हैं, अगर टेबल पे बाके अपनी बात रखे और किसान इसकी बात मानी जाए तो उसमें बुराई क्या है। लेकिन अगर इन्होंने अगर ये सब है कि हमने तो बात ही नहीं करनी, हमने तो शामिल होना, और सरकार के पहले कह रहे थे सरकार कमेटी क्यों नहीं बना रही। अब संयुक्त किसान मोर्चा के 3 आदमियों के नाम कहे कि आप अपने 3 नाम दो। लेकिन मोर्चे के जो नेता हैं वो कह रहे हैं कि ज्यादातर सत्ता पक्ष के लोग हैं, उसमें 3 नाम क्या कर लेंगे। नहीं साहब, कौन है सत्ता पक्ष के? कुछ तो उसमें अधिकारी हैं, कुछ उसमें कृषि अर्थशास्त्री हैं, कुछ उसमें अलग है,
बाकी की जो किसान है, जैसे गुणावंत पाटिल है शेतकारी संगठन का, मैं हूँ, एक प्रमोद है, एक कर्णवीर, 4 आदमी, 3 आदमी हम किसानों की तरफ से है, 3 आदमी होंगे तो अपनी बात रखेंगे। अच्छा, आप क्या सोचते हैं कि एमएसपी पे अलग से कमेटी बन जाए तो ज्यादा अच्छा है? आप क्या सोचते हैं इसके बारे में? नहीं, आप ये बताओ, किसानों की समस्या के लिए एमएसपी तो नहीं है। आज किसानों में इतनी जो टेक्नोलॉजी की बात है और किसान में तरह तरह की समस्या रही है, कर्जा माफी की बात है, अब मंडियों की लूट है, या इसमें आधुनिक खेती है, या सुधार करने की बात है, वो तो उन पे अगर कोई बात करे या कमेटी बात करे, उसमें इतना क्या है? आप अकेला एमएसपी को कह रहे तो एमएसपी पर आप अपनी बात रखें और उसके ऊपर सरकार भी और हम भी बैठ के उस पर चर्चा करें, इसमें क्या एतराज है? पहले ये जी चलो जवाब ले लेते हैं। मनजीत ਧਨੇਰ ਸਾਡੇ ਨਾਲ जुड़े हुए ने। मनजीत जी की कुछ कहना चाहोगे? ਤੁਸੀਂ ਗੱਲਬਾਤ ਸੁਣੀ, ਗੁਣੀ ਪ੍ਰਕਾਸ਼ ਮੈਂਬਰ ਵੀ ਨੇ ਕਮੇਟੀ ਦੇ, ਉਹ ਕਹਿੰਦੇ ਨੇ ਇਤਰਾਜ਼ ਕੀ ਹੈ ਗੱਲਬਾਤ ਕਰਨ ਦੇ ਵਿੱਚ, ਚਰਚਾ ਸਾਰੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ, ਸਿਰਫ ਐਮਐਸਪੀ ਦਾ ਮੁੱਦਾ ਨਹੀਂ ਹੈ। ਇਹ ਹੈ ਜੀ, ਮਤਲਬ ਜਿਹੜੀ ਖੇਤੀਬਾੜੀ ਵਾਲੀ ਗੱਲ ਹੈ, ਇਹ ਮਤਲਬ ਹੁਣ ਇਹਨੂੰ ਖੰਡਾ ਰਹੇ ਆ ਮਸਲੇ ਨੂੰ। ਅਸੀਂ ਐਮਐਸਪੀ ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ ਜੀ। ਐਮਐਸਪੀ ਤੇ ਕਮੇਟੀ ਬਣਾਉਣ, ਉਹਦੇ ਚ ਇਸ ਦੇ ਵਿੱਚ ਜਿਹੜੇ ਨੇ ਸ਼ਾਮਲ ਕੀਤੇ ਭੁਪਿੰਦਰ ਮਾਨ ਕੀਤੇ, ਅਸੀਂ ਪਹਿਲੇ ਰਿਜੈਕਟ ਕਰ ਚੁੱਕੇ। ਉਹਦੇ ਆਗੂ ਨੇ, ਉਹਦੇ ਆਗੂ ਦੇ ਵਿੱਚ ਲਿਆਂਦੇ ਨੇ, ਜਿਹੜਾ ਨੇ ਡਰਾਫਟ ਤਿਆਰ ਕੀਤਾ ਸੀ 3 ਕਾਲੇ ਕਾਨੂੰਨਾਂ ਦਾ, ਤੇ ਅਖੀਰ ਤੱਕ ਉਹਦੀ ਮਤਲਬ ਜਿਹੜੀ ਵਕਾਲਤ ਕੀਤੀ ਹੈ, ਉਹ ਸਭ ਲੋਕ ਦੇ ਵਿੱਚ ਨੇ। ਇਹ ਟੇਢੇ ਢੰਗ ਨਾਲ ਲਿਆ ਕੇ ਸਾਡੇ ਤੇ ਫੇਰ ਉਹ ਕਾਲੇ ਕਾਨੂੰਨ ਬਣਨਗੇ। ਅਸੀਂ एमएसपी ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ, एमएसपी ਤੇ ਕਮੇਟੀ ਬਣਨੀ ਚਾਹੀਦੀ है। जी गुणी प्रकाश जी क्या कहेंगे? जो लोग वकालत कर रहे थे, जिन लोगों ने 3 कृषि कानून जिन्होंने बनाए या जिन्होंने जो लेके आए वही शामिल किए हैं जी। नहीं, मेरा ये कहना है कि अभी हाल में हमारी सरसों जो फसल आई है वो एमएसपी से भी 1,500 से ज्यादा बिकी, सूरजमुखी बिकी। अगर बाजार में कोई फसल अगर अब जैसे गेहूं की है, अंतर्राष्ट्रीय स्तर पे गेहूं की मांग है और यहाँ जो एमएसपी से ज्यादा वहाँ 4,000 तक, पाकिस्तान में 5,000 बिक्री, तो बाजार में अगर किसान को लिबर्टी मिलेगी, आजादी मिलेगी, उसमें एतराज क्या है? रहेगी एमएसपी की बात। एमएसपी जब तय की गई थी वो उपभोक्ता के हित में की गई थी। आज भी उसका जो फार्मूला है वो उपभोक्ता के हित में है। हम क्या है कि उसमें बैठ के चर्चा करें, किसान उपज की कीमत कैसे तय हो, उसकी कैसे बिक्री जाए, मंडी का जो लूट है या मंडी तंत्र है उसमें कैसे सुधार किया जाए। अगर उस सुधार के लिए ये क्योंकि इन्होंने तो एक ही बात है कि हमने तो विरोध करना, हर बात का हमने विरोध करना। अगर आप कमेटी में बैठ के अपना तर्क रखेंगे, अपनी बात रखेंगे, उसमें होगा तो सरकार भी और कमेटी भी मांग के उसमें सर्वसम्मति होगी। शुरू में कहना कि 3 कृषि कानून, हमने तो डंकर का प्रस्ताव किया, हमने तो WTO का प्रस्ताव किया, तो आपने विरोध किया। तो ये विचारधारा है, कोई हम बाउट थोड़ी है, कोई फतवा थोड़ी है कि आप फतवा जारी कर दोगे आपकी सारे बात मानेंगे। आप टेबल पे जाके अपनी बात रखो ना, उसमें अपने दम रखो ताकि आपकी बात मानी जाए। हम भी अपनी बात रखेंगे, उसमें जो सर्वसम्मति से फैसला होगा उसमें इतराज क्या है साहब? मनजीत ਧਨੇਰ जी की कहना चाहोगे? टेबल ते कह रहे ने, गल तां रखो, तर्क रखो अपना टेबल दे उत्ते, सिर्फ विरोध करन दे लई विरोध ना करो, ये कह रहे ने गुणी प्रकाश। नहीं मैडम, ये विरोध करन लई विरोध तां करदे आ क्योंकि सानू इस गल दा ज्ञान है भी अज तो 80 साल पहला जी भारत की करेंसी सी वो इंग्लैंड दे विच जाके 12 रुपये बनते थे रुपये दे। अज इंग्लैंड की जिहड़ी मतलब हैगी मतलब रुपया वो 80 रुपया चलता है ਜਾਂ 90 रुपया चलता। ਅਸੀਂ ਇਸ ਕਰਕੇ ਕਹਿੰਦੇ ਵੀ ਹੁਣ तक ਜਿਹੜੇ ਰਾਜਗੱਦੀ ਤੇ ਆਏ ਆ ਉਹਨੇ ਹਿੰਦੁਸਤਾਨ ਨੂੰ ਵੇਚਿਆ। ਇਹਨਾਂ ਦੀਆਂ ਪਾਲਿਸੀਆਂ ਵਿਦੇਸ਼ੀ ਕੰਪਨੀਆਂ ਨੂੰ ਲੁੱਟ ਕਰਾਉਣ ਦੀਆਂ ਨੇ। ਅਸੀਂ ਵਿਰੋਧ ਤਾਂ ਕਰਦੇ, ਅਸੀਂ ਪਾਗਲ ਨਹੀਂ ਵੀ ਵਿਰੋਧ ਕਰਦੇ, ਅਮਲ ਦੇ ਵਿੱਚ ਰਹਿੰਦਾ। ਅੱਜ ਉਹੀ ਅਮਰੀਕਾ ਇੰਗਲੈਂਡ ਦਾ ਜਿਹੜਾ ਪਾਉਂਡ ਆ ਉਹ ਆ ਕੇ ਤੇ 80 रुपये ਵਗਦਾ। ਅੱਜ ਤੋਂ 80 ਸਾਲ ਪਹਿਲਾਂ ਭਾਰਤ ਦਾ ਜਿਹੜਾ 1 रुपया ਸੀ ਉਧਰ 12 रुपये ਚੱਲਦਾ ਸੀ। ਅਸੀਂ ਤਾਂ ਵਿਰੋਧ ਕਰਦੇ ਆ ਜੀ। जी गुणी प्रकाश जी, आखिरी रिएक्शन आपसे, क्या कुछ कहना चाहेंगे? आपने कहा विरोध के लिए विरोध ना करो, उन्होंने कहा कि हम विरोध, उन्होंने अपना तर्क दिया।
आपने कहा कि ये आजादी किसान के पास हो कि अगर उसे ज्यादा कीमत मिल सकती है, उसको बाजार में वो आजादी मिले, यही आजादी की बात जो कृषि कानून थे उनमें भी की गई थी। क्या आप उनका समर्थन करते हैं? नहीं, ये तो आजादी की बात कह रहे हैं, विदेशी भाव लग रहे देख रहे हैं। आप ये बताओ, पंजाब के सारे नौजवान जाके अमेरिका क्यों जा रहे हैं, कनाडा क्यों जा रहे हैं, यूरोप कंट्रियों में क्यों जा रहे हैं? वहाँ इसलिए जा रहे हैं कि उनको रोजगार मिल गया। और यहाँ अगर पूरे की कंपनियों को हटा दिया जाए तो ये बांग्लादेश और श्रीलंका बन जाएगा। अब आप देश में तरक्की करना चाहिए, बड़े बड़े हाईवे बने हैं। अब सरकार को ये जिसके विकास के लिए आज तो भारत भी एक अपनी शक्ति है। आज ये किसी के गुलाम थोड़ा है। हम अपनी बात नहीं, किसान की लिबर्टी की बात है। तो अगर मेरे को बाजार मिले, मेरे को पाकिस्तान में अपनी गेहूं बेचनी पड़े, मेरा अंडा बेचना पड़े, उसमें इनको क्या एतराज है? वहाँ मेरे को दाम मिलेगा। अगर आजादी तो आप है कि मंडी के बिना, आड़ती के बिना मैं कहीं अपनी फसल नहीं बेच सकता, वो है गुलामी। तो जो आड़तियों की ये बातें कर रहे हैं, ये चर्चा पहले भी होती रही है। जिस किसान के पास बहुत कम जमीन है वो कैसे जाएगा कहीं दूर? नहीं, क्यों नहीं जाएगा? अगर टेक्नोलॉजी होगी आज तो खेत में वो लगा के, पावर लगा के बड़ी बड़ी सब्जियां बेचे जा रहे। 1 एकड़ किसान लाखों रुपए कमा रहे हैं। टेक्नोलॉजी अगर आप हमारे को देंगे, बीज हमारे को देंगे, टेक्नोलॉजी हम इजराइल में क्या, यूरोप में, जापान में क्या, अगर हमारे को टेक्नोलॉजी देंगे तो छोटा किसान भी अपना धंधा कर सकता। लेकिन ये लोग तो ये कह रहे हैं कि भाई किसान को अब वाले सारा ऑनलाइन खरीदारी है, तो मेरे को भी तो ऑनलाइन बेचने की, खरीदने की इजाजत होनी चाहिए ना। ये तो गुलामी तो ये कह रहे हैं, जो आड़तियों की गुलामी है कि बिना एक आड़ती के बाहर आप मंडी से बाहर अपनी बेच नहीं सकते। गुलामी की बात तो ये कर रहे हैं। हम तो आजादी की बात कर रहे हैं, हम तो आर्थिक आजादी की बात कर रहे हैं। जी ਮਨਜੀਤ ਧਨੇਰ जी, एक आखिरी रिएक्शन ਤੁਹਾਡੇ ਤੋਂ ਚਾਹਾਂਗੇ। ਕਹਿ ਰਹੇ ਨੇ ਕਿ ਜੇ ਆਜ਼ਾਦੀ ਮਿਲਦੀ ਹੈ ਕਿਸੇ ਵੀ ਕਿਸਾਨ ਨੂੰ, ਟੈਕਨੋਲੋਜੀ ਮਿਲਦੀ ਹੈ ਆਪਣੀ ਫਸਲ ਵੇਚਣ ਦੇ ਲਈ ਵਧੀਆ ਤਰੀਕੇ ਦੇ ਨਾਲ ਜ਼ਿਆਦਾ ਪੈਸੇ ਕਮਾ ਸਕਦਾ, ਉਸ 'ਚ ਇਤਰਾਜ਼ ਕਿਉਂ ਹੈ? ਮੇਰੇ ਵੀ ਸਾਨੂੰ ਇਤਰਾਜ਼ ਇਹ ਹੈ ਵੀ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜੀ, ਜਿਹਦੇ ਵਿੱਚ ਫਸਲਾਂ ਦੀ ਉਪਜ ਹੁੰਦੀ ਹੈ। ਇੱਥੇ ਕਾਰਖਾਨੇ ਉਹ ਲੱਗਣੇ ਚਾਹੀਦੇ ਸੀ ਜਿਹੜੇ ਖੇਤੀ ਨੂੰ ਮਤਲਬ ਆਪਦੇ ਵਿੱਚ ਖਪਤ ਕਰਦੇ ਹੋਣੇ। ਜਿਵੇਂ ਕਪਾਹ ਮਿੱਲਾਂ ਪਹਿਲਾਂ ਲੱਗੀਆਂ ਹੋਈਆਂ ਸੀ ਜਿਹੜੀਆਂ, ਉਹ ਮਤਲਬ ਕਪਾਹ ਮਿੱਲਾਂ ਸਰਕਾਰੀ ਬੰਦ ਕਰਕੇ ਪ੍ਰਾਈਵੇਟਾਂ ਨੂੰ ਲੁੱਟਣ ਦੀ ਦਿੱਤੀ ਆ ਖੁੱਲ। ਜਿਵੇਂ ਮੇਰੇ ਨੇੜੇ ਲੱਗੀ ਆ ਇੱਕ ਤਪਾ, ਜਿਹੜੀ ਧਾਗਾ ਮਿੱਲ ਉਹ ਬੰਦ ਕਰਤੀ, ਜਿਹੜੀ ਨਰਮੇ ਤੋਂ ਤਿਆਰ ਹੁੰਦਾ ਸੀ ਧਾਗਾ, ਤੇ ਜਿਹੜਾ ਕੈਮੀਕਲ ਤੋਂ ਕੱਪੜਾ ਤਿਆਰ ਹੁੰਦਾ ਤੌਲੀਏ ਬਣਾਈ ਜਾਂਦੇ ਆ ਪ੍ਰੈਜ਼ੀਡੈਂਟ ਵਾਲੇ। ਉਹ ਮੈਨੂੰ ਇਹ ਦੱਸ ਦੇਣ, ਜਿਹੜੇ ਇਹਨਾਂ ਗਿਆਨ ਰੱਖਦੇ ਨੇ, ਉਹ ਦੱਸ ਦੇਣ ਵੀ ਨਰਮੇ ਪੱਟੀ ਵਾਲਾ ਧਾਗਾ ਮਿਲਣਾ ਕਿਉਂ ਬੰਦ ਕਰਤੀਆਂ, ਗੰਨਾ ਮਿਲਾਂ ਸਰਕਾਰੀ ਕਿਉਂ ਬੰਦ ਕਰਤੀਆਂ। ਅਸੀਂ ਕਹਿੰਦੇ ਆ ਇੰਡਸਟਰੀ ਲੱਗਣੀ ਚਾਹੀਦੀ ਆ, ਖੇਤੀ ਆਧਾਰਿਤ ਇੰਡਸਟਰੀ ਲੱਗੇ ਤੇ ਸਰਕਾਰੀ ਲੱਗੇ, ਪ੍ਰਾਈਵੇਟਾਂ ਦੀ ਕਿਉਂ ਲੱਗੇ? ਸਰਕਾਰ ਨੂੰ ਨਾ ਹੋਵੇ। ਸਰਕਾਰ ਜਦੋਂ ਅਡਾਨੀਆਂ ਨੂੰ ਮਤਲਬ ਲੋਨ ਦੇ ਕੇ ਵੱਡੇ ਉਹ ਬਣਵਾ ਸਕਦੀ ਆ ਫਸਲਾਂ ਸਾਂਭਣ ਵਾਲੇ ਇਕਦਾਮ, ਉਦੋਂ ਸਰਕਾਰ ਦੇ ਕੀ ਗੋਲੀ ਲੱਗੀ? ਸਰਕਾਰ ਕਿਉਂ ਨਹੀਂ ਕਰ ਸਕਦੀ? ਸਾਡੇ ਤੇ ਬੇਰੁਜ਼ਗਾਰ ਲੋਕ ਤੁਰੇ ਫਿਰਦੇ ਨੇ, ਉਹਨਾਂ ਨੂੰ ਨੌਕਰੀ ਦਿੰਦੇ ਕਿ ਸਰਕਾਰ ਨੂੰ ਅਸੀਂ ਢੰਗ ਨਾਲ ਚਲਾਉਣ। ਰੌਲਾ ਇਸ ਗੱਲ ਦਾ ਵੀ ਜਿਹੜਾ MP MLA ਜਾਂ ਮੁੱਖ ਮੰਤਰੀ ਬਣੇ ਆ ਹੁਣ ਤੱਕ, ਉਹਨਾਂ ਨੇ ਆਪਦੇ ਕੋਰਮੇ ਪਾਲੇ ਆ, ਆਪਦੇ ਕੋਰਮੇ ਪਾਲ ਕੇ ਜਿਹੜਾ ਖਜ਼ਾਨਾ ਉਹਨੂੰ ਖਾਲੀ ਕੀਤਾ। ਰਤਾ ਇੱਥੇ ਪਿਆ ਸਾਰਾ ਵੀ ਇਹ ਖਜ਼ਾਨਾ ਕਿਵੇਂ ਭਰੇ, ਤੇ ਖੇਤੀ ਦਾ ਜਿਹੜੀ ਸਾਡੀ ਫਸਲਾਂ ਉਹਨਾਂ ਦੀ ਖਾਤੇ ਨਾਲ ਕਾਰਖਾਨਿਆਂ 'ਚ ਕਿਵੇਂ ਹੋਵੇ, ਇੱਧਰ ਨੂੰ ਸੋਚਣਾ ਚਾਹੀਦਾ। जी चलो, शुक्रिया मनजीत धनेर जी साडे नाल जुड़न दे लई। गुणी प्रकाश जी आपका भी शुक्रिया। गुणी प्रकाश मैंबर ने इस कमेटी दे ते मनजीत धनेर BKU डकौंदा दे आगू ने, उन्होंने इतराज जताया है। संयुक्त किसान मोर्चे दे वल्लों, पंजाब दीआं किसान जथेबंदियां दे वल्लों इस कमेटी ते इतराज जताया गया है ते उन्होंने ये भी कहा कि मैनू नहीं लगता कि संयुक्त किसान मोर्चे का कोई भी आगू इस दे विच शामिल होएगा, क्योंकि ये कमेटी ਜਿਹੜੀ ਅਸੀਂ ਮੰਗ ਕਰ ਰਹੇ ਹਾਂ ਉਸ ਦੇ ਹੱਕ ਦੇ ਵਿੱਚ ਨਹੀਂ ਹੈ। ਗੁਣੀ ਪ੍ਰਕਾਸ਼ ਮੈਂਬਰ ਨੇ ਕਮੇਟੀ ਦੇ, ਉਹ ਇਹ ਕਹਿ ਰਹੇ ਸੀ ਕਿ ਚਰਚਾ ਹੋਣੀ ਚਾਹੀਦੀ ਹੈ, ਟੇਬਲ ਤੇ ਬੈਠ ਕੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਉੱਥੇ ਜੋ ਸਰਬਸੰਮਤੀ ਫੈਸਲਾ ਹੋਵੇ ਫਿਰ ਉਹ ਲਾਗੂ ਹੋਵੇ। MSP ਨੂੰ ਲੈ ਕੇ ਕਮੇਟੀ ਐਕਸਕਲੂਸਿਵ ਨਹੀਂ ਬਣੀ, ਇਸ ਦੇ ਵਿੱਚ 11 ਏਜੰਡੇ ਨੇ, ਉਸ ਦੇ ਵਿੱਚੋਂ ਇੱਕ ਏਜੰਡਾ ਹੈ MSP ਨੂੰ ਹੋਰ ਇਫੈਕਟਿਵ ਕਿਵੇਂ ਬਣਾਇਆ ਜਾਵੇ। ਲੇਕਿਨ ਕਿਸਾਨ ਆਗੂ ਮੰਗ ਕਰ ਰਹੇ ਨੇ ਕਿ MSP ਤੇ ਐਕਸਕਲੂਸਿਵ ਕਮੇਟੀ ਬਣੇ, ਉਹ ਕਮੇਟੀ ਸਮਾਬੱਧ ਹੋਵੇ, ਉਹ ਕਮੇਟੀ ਇਸ ਤੇ ਕੰਮ ਕਰੇ ਕਿ MSP ਨੂੰ ਕਾਨੂੰਨੀ ਦਾਇਰੇ 'ਚ ਕਿਵੇਂ ਲਿਆਂਦਾ ਜਾਵੇ, ਤੇ ਨਾਲ ਹੀ ਇਹ ਵੀ ਕਿ ਸਰਕਾਰ ਫਿਰ ਉਸ ਦੀਆਂ ਰეკਮੈਂਡੇਸ਼ਨਸ ਮੰਨੇ। ਆਮ ਆਦਮੀ ਪਾਰਟੀ ਨੇ ਵੀ ਇਸ ਕਮੇਟੀ ਦਾ ਵਿਰੋਧ ਕੀਤਾ ਹੈ।